ਤਾਂ ਕਿਵੇਂ ਹੋ ਬੱਚਿਓ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਮਜ਼ਾਕੀਆ ਕਹਾਣੀ ਲੈ ਕੇ ਆਈ ਹਾਂ। ਬੱਚਿਓ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਇਮਤਿਹਾਨ ਨਜ਼ਦੀਕ ਆਉਂਦੇ ਨੇ ਤਾਂ ਕਈ ਬੱਚਿਆਂ ਨੂੰ ਇਮਤਿਹਾਨ ਤੋਂ ਡਰ ਲੱਗਦਾ ਹੈ। ਦੱਸੋ ਇਸ ਤਰ੍ਹਾਂ ਕਿਉਂ ਹੁੰਦਾ ਹੈ? ਚਲੋ ਇਹ ਗੱਲ ਮੈਂ ਤੁਹਾਨੂੰ ਇਸ ਕਹਾਣੀ ਜ਼ਰੀਏ ਸਮਝਾਉਂਦੀ ਹਾਂ। ਇਸ ਤੋਂ ਧਿਆਨ ਨਾਲ ਸੁਣਨਾ ਕਿਉਂਕਿ ਇਹ ਕਹਾਣੀ ਸਾਨੂੰ ਬਹੁਤ ਸਬਕ ਦਿੰਦੀ ਹੈ। ਬਹੁਤ ਪੁਰਾਣੀ ਗੱਲ ਹੈ। ਕਣਕ ਦੇ ਖੇਤ ਅੰਦਰ ਇੱਕ ਵੱਡੇ ਬਿੱਲ ਵਿੱਚ ਬਹੁਤ ਸਾਰੀਆਂ ਕੀੜੀਆਂ ਹੁੰਦੀਆਂ ਨੇ ਤੇ ਉਸੇ ਖੇਤ ਵਿੱਚ ਇੱਕ ਟਿੱਡਾ ਵੀ ਰਹਿੰਦਾ ਸੀ। ਕੀੜੀਆਂ ਸਵੇਰੇ ਸਵੇਰੇ ਆਪਣੇ ਬਿੱਲ ਵਿੱਚੋਂ ਨਿਕਲਦੀਆਂ ਅਤੇ ਕਣਕ ਦੇ ਖੇਤ ਵਿੱਚੋਂ ਦਾਣੇ ਚੁੱਕ ਕੇ ਆਪਣੇ ਬਿੱਲ ਵਿੱਚ ਲੈ ਆਉਂਦੀਆਂ। ਇਸ ਤਰ੍ਹਾਂ ਸ਼ਾਮ ਤੱਕ ਉਹ ਬਹੁਤ ਸਾਰੇ ਦਾਣੇ ਇਕੱਠੇ ਕਰ ਲੈਂਦੀਆਂ ਸਨ। ਦੂਜੇ ਪਾਸੇ ਟਿੱਡਾ ਦਿਨ ਭਰ ਇੱਧਰ ਉੱਧਰ ਘੁੰਮਦਾ, ਖਾਂਦਾ ਪੀਂਦਾ ਅਤੇ ਆਰਾਮ ਨਾਲ ਸੋ ਜਾਂਦਾ। ਇਹ ਗਰਮੀਆਂ ਦੇ ਦਿਨਾਂ ਦੀ ਗੱਲ ਹੈ। ਇੱਕ ਦਿਨ ਗੀਤ ਵੀ ਗਾ ਰਿਹਾ ਸੀ ਟਿੱਡਾ। ਉੱਥੇ ਹੀ ਕੀੜੀਆਂ ਹਰ ਰੋਜ਼ ਦੀ ਤਰ੍ਹਾਂ ਦਾਣੇ ਇਕੱਠੇ ਕਰਦੇ ਹੋਏ ਇੱਕ ਲਾਈਨ ਵਿੱਚ ਜਾ ਰਹੀਆਂ ਸਨ ਕਿ ਕੀੜੀਆਂ ਦਾ ਇਹ ਝੁੰਡ ਟਿੱਡੇ ਦੇ ਸਾਹਮਣੇ ਤੋਂ ਲੰਘਿਆ ਤੇ ਟਿੱਡੇ ਨੇ ਦੇਖਿਆ ਕਿ ਕੀੜੀਆਂ ਕਣਕ ਦੇ ਦਾਣਿਆਂ ਨੂੰ ਲੈ ਕੇ ਜਾ ਰਹੀਆਂ ਸਨ ਅਤੇ ਉਹਨਾਂ ਨੂੰ ਆਪਣੇ ਘਰ ਵਿੱਚ ਇਕੱਠਾ ਕਰ ਰਹੀਆਂ ਨੇ। ਇਹ ਦੇਖ ਕੇ ਟਿੱਡੇ ਨੇ ਕੀੜੀਆਂ ਨੂੰ ਕਿਹਾ, ਓਏ ਕੀੜੀਓ, ਤੁਸੀਂ ਇੰਨੀ ਮਿਹਨਤ 'ਚ ਕਿਉਂ ਲੱਗੀਆਂ ਹੋ? ਮੇਰੇ ਕੋਲ ਆਓ, ਮੇਰੇ ਨਾਲ ਗੱਲ ਕਰੋ, ਗੱਲਾਂ ਬਾਤਾਂ ਕਰੋ। ਕਿਉਂ ਭੋਜਨ ਇਕੱਠਾ ਕਰਨ ਵਿੱਚ ਇੰਨਾ ਪਸੀਨਾ ਵਹਾ ਰਹੀਆਂ ਹੋ? ਫਿਰ ਝੁੰਡ ਵਿੱਚੋਂ ਇੱਕ ਕੀੜੀ ਨੇ ਕਿਹਾ, ਥੋੜ੍ਹੇ ਦਿਨਾਂ ਬਾਅਦ ਠੰਡ ਆਉਣ ਵਾਲੀ ਹੈ। ਮੈਂ ਠੰਡ ਦੇ ਉਹਨਾਂ ਦਿਨਾਂ ਲਈ ਭੋਜਨ ਇਕੱਠਾ ਕਰ ਰਹੀ ਹਾਂ ਅਤੇ ਮੈਂ ਤੁਹਾਨੂੰ ਵੀ ਇਹੀ ਸਲਾਹ ਦਿੰਦੀ ਹਾਂ ਕਿ ਤੁਸੀਂ ਵੀ ਭੋਜਨ ਇਕੱਠਾ ਕਰੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਦੋਂ ਸਰਦੀ ਬਹੁਤ ਜ਼ਿਆਦਾ ਹੋ ਜਾਵੇ ਤਾਂ ਭੋਜਨ ਲੱਭਣ ਦੀ ਕੋਈ ਮੁਸ਼ਕਿਲ ਨਾ ਆਵੇ। ਕੀੜੀ ਦੀਆਂ ਗੱਲਾਂ ਸੁਣ ਕੇ ਟਿੱਡਾ ਉੱਚੀ ਉੱਚੀ ਹੱਸਣ ਲੱਗ ਪੈਂਦਾ ਹੈ ਤੇ ਕਹਿਣ ਲੱਗਦਾ ਹੈ, ਸਰਦੀ ਦਾ ਮੌਸਮ ਆਉਣ ਵਿੱਚ ਬਹੁਤ ਸਮਾਂ ਬਾਕੀ ਹੈ। ਹੁਣ ਤੋਂ ਚਿੰਤਾ ਕਿਉਂ ਕਰਨੀ? ਮੇਰੇ ਕੋਲ ਬਹੁਤ ਸਾਰਾ ਭੋਜਨ ਹੈ। ਤੁਸੀਂ ਲੋਕ ਬੇਵਜ੍ਹਾ ਆਪਣਾ ਸਮਾਂ ਬਰਬਾਦ ਕਰਨ ਵਿੱਚ ਲੱਗੇ ਹੋਏ ਹੋ। ਕੀੜੀਆਂ ਨੇ ਸੋਚਿਆ ਕਿ ਟਿੱਡੇ ਨਾਲ ਫਾਲਤੂ 'ਚ ਦਿਮਾਗ ਮਾਰਨ ਨਾਲੋਂ ਚੰਗਾ ਹੈ ਕਿ ਆਪਣਾ ਕੰਮ ਜਾਰੀ ਰੱਖਿਆ ਜਾਵੇ। ਕੀੜੀਆਂ ਉੱਥੋਂ ਚਲੀਆਂ ਗਈਆਂ ਅਤੇ ਅਨਾਜ ਇਕੱਠਾ ਕਰਨ ਲੱਗ ਪਈਆਂ। ਟਿੱਡਾ ਹਰ ਰੋਜ਼ ਕੀੜੀਆਂ ਨੂੰ ਭੋਜਨ ਇਕੱਠਾ ਕਰਦੇ ਦੇਖਦਾ ਸੀ, ਪਰ ਉਸਦੇ ਮਨ ਵਿੱਚ ਕਦੇ ਵੀ ਇਹ ਨਹੀਂ ਆਇਆ ਕਿ ਉਹ ਭੋਜਨ ਇਕੱਠਾ ਕਰੇ। ਬੱਚਿਓ, ਦਰਅਸਲ ਸਰਦੀਆਂ ਵਿੱਚ ਕਣਕ ਦੀ ਫਸਲ ਖੇਤਾਂ ਵਿੱਚ ਬੀਜੀ ਜਾਂਦੀ ਹੈ ਅਤੇ ਸਰਦੀਆਂ ਖਤਮ ਹੋਣ ਤੇ ਗਰਮੀਆਂ ਦੇ ਸ਼ੁਰੂ ਹੋਣ ਵਿੱਚ ਇਹ ਫਸਲ ਪੱਕ ਜਾਂਦੀ ਹੈ ਅਤੇ ਫਿਰ ਇਸ ਦੀ ਕਟਾਈ ਕੀਤੀ ਜਾਂਦੀ ਹੈ। ਵਾਢੀ ਵੇਲੇ ਖੇਤਾਂ ਵਿੱਚ ਕਣਕ ਦੇ ਦਾਣੇ ਖਿੱਲਰ ਜਾਂਦੇ ਨੇ ਤੇ ਇਹੀ ਗਰਮੀਆਂ ਦੇ ਦਿਨਾਂ ਵਿੱਚ ਕੀੜੀਆਂ ਆਪਣੇ ਲਈ ਭੋਜਨ ਇਕੱਠਾ ਕਰਨ ਵਿੱਚ ਜੁਟ ਜਾਂਦੀਆਂ ਨੇ। ਦਿਨ ਬੀਤਦੇ ਗਏ, ਆਖਰ ਠੰਡ ਦੇ ਦਿਨ ਵੀ ਆ ਗਏ। ਖੇਤ ਵਾਹੁਣ ਤੋਂ ਬਾਅਦ ਕਣਕ ਬੀਜੇਗੀ। ਖੇਤ ਵਿੱਚ ਚਾਰੇ ਪਾਸੇ ਮਿੱਟੀ ਹੀ ਮਿੱਟੀ ਨਜ਼ਰ ਆ ਰਹੀ ਸੀ। ਟਿੱਡਾ ਭੋਜਨ ਦੀ ਭਾਲ ਵਿੱਚ ਬਾਹਰ ਨਿਕਲਦਾ ਸੀ ਅਤੇ ਖਾਲੀ ਪੇਟ ਵਾਪਸ ਆ ਜਾਂਦਾ। ਹੁਣ ਟਿੱਡਾ ਭੁੱਖ ਦੇ ਨਾਲ ਬੇਹਾਲ ਰਹਿਣ ਲੱਗਾ। ਉਹ ਦਾਣੇ ਦਾਣੇ ਦਾ ਮੁਹਤਾਜ ਹੋ ਗਿਆ ਤੇ ਉਸੇ ਉਲਟ ਕੀੜੀਆਂ ਕੋਲ ਭੋਜਨ ਦਾ ਭੰਡਾਰ ਸੀ। ਉਹਨਾਂ ਨੇ ਗਰਮੀਆਂ ਦੇ ਦਿਨਾਂ ਵਿੱਚ ਆਪਣੇ ਲਈ ਅਨਾਜ ਜੋੜ ਕੇ ਰੱਖਿਆ ਹੋਇਆ ਸੀ, ਇਸ ਲਈ ਉਹ ਠੰਡ ਦੇ ਦਿਨਾਂ ਵਿੱਚ ਵੀ ਆਰਾਮ ਨਾਲ ਭੋਜਨ ਖਾਂਦੀਆਂ ਸਨ। ਟਿੱਡਾ ਆਖਿਰਕਾਰ ਮਦਦ ਮੰਗਣ ਲਈ ਕੀੜੀਆਂ ਕੋਲ ਪਹੁੰਚ ਗਿਆ। ਉਸਨੇ ਕੀੜੀਆਂ ਤੋਂ ਭੋਜਨ ਮੰਗਿਆ। ਕੀੜੀਆਂ ਨੇ ਕਿਹਾ ਕਿ ਗਰਮੀਆਂ ਵਿੱਚ ਜਦੋਂ ਅਸੀਂ ਤੁਹਾਨੂੰ ਸਰਦੀਆਂ ਲਈ ਭੋਜਨ ਇਕੱਤਰ ਕਰਨ ਦੇ ਲਈ ਕਿਹਾ ਸੀ ਤਾਂ ਤੁਸੀਂ ਸਾਡੀ ਗੱਲ ਨਹੀਂ ਸੁਣੀ, ਤਾਂ ਹੁਣ ਤੁਸੀਂ ਸਾਡੇ ਕੋਲ ਮਦਦ ਮੰਗਣ ਆਏ ਹੋ। ਇਹ ਦੇਖ ਕੇ ਟਿੱਡੇ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਸੋਚਣ ਲੱਗਾ ਕਿ ਜੇਕਰ ਉਹ ਵੀ ਸਮੇਂ ਸਿਰ ਆਪਣੇ ਲਈ ਅਨਾਜ ਦੇ ਭੰਡਾਰ ਭਰ ਲੈਂਦਾ ਤਾਂ ਅੱਜ ਉਸਨੂੰ ਦਾਣੇ ਦਾਣੇ ਦਾ ਮੁਹਤਾਜ ਨਾ ਹੋਣਾ ਪੈਂਦਾ। ਇਸ ਲਈ ਬੱਚਿਓ, ਮੈਨੂੰ ਦੱਸੋ ਕਿ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਬੱਚਿਓ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਮੇਸ਼ਾ ਅੱਗੇ ਦੇ ਲਈ ਪਲਾਨ ਕਰਕੇ ਚੱਲੋ। ਆਉਣ ਵਾਲੇ ਦਿਨਾਂ ਵਿੱਚ ਕੀ ਕਰਨਾ ਹੈ, ਕੀ ਤੁਹਾਨੂੰ ਇਸ ਦੀ ਜ਼ਰੂਰਤ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਪਲਾਨ ਕਰ ਲਵੋਗੇ ਤਾਂ ਐਨ ਵਕਤ 'ਤੇ ਪਰੇਸ਼ਾਨ ਨਹੀਂ ਹੋਣਾ ਪਵੇਗਾ। ਬੱਚਿਓ, ਇਸ ਨੂੰ ਕਹਿੰਦੇ ਨੇ ਪ੍ਰੀ ਪਲੈਨਿੰਗ। ਇਹ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ। ਤੁਹਾਨੂੰ ਆਪਣੀ ਪੜ੍ਹਾਈ ਲਿਖਾਈ 'ਚ ਵੀ ਕਰਨੀ ਚਾਹੀਦੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਤੁਹਾਡੇ ਇਮਤਿਹਾਨ ਹੁੰਦੇ ਨੇ ਕਿੰਨਾ ਸਿਲੇਬਸ ਹੋਣਾ ਹੈ ਅਤੇ ਫਿਰ ਉਸ ਦੀ ਤਿਆਰੀ ਲਈ ਸਮੇਂ ਦੇ ਹਿਸਾਬ ਦੇ ਨਾਲ ਸਮੇਂ ਸਿਰ ਕੰਮ ਦੇ ਵਿੱਚ ਜੁਟ ਜਾਓ।
ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਕਦੇ ਵੀ ਇਮਤਿਹਾਨਾਂ ਤੋਂ ਨਹੀਂ ਡਰੋਗੇ। ਤੁਸੀਂ ਸਮਝ ਗਏ ਹੋ ਨਾ ਬੱਚਿਓ। ਸੋ ਬੱਚਿਓ, ਹੁਣ ਮੈਂ ਜਾ ਰਹੀ ਹਾਂ, ਅਗਲੀ ਵਾਰ ਫਿਰ ਆਵਾਂਗੀ ਇੱਕ ਹੋਰ ਮਜ਼ੇਦਾਰ ਕਹਾਣੀ ਲੈ ਕੇ।